ਰਾਗ ਸੋਰਠ। ਬਾਣੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। जब हम होते तब तू नहीं, अब तू ही मैं नहीं। अनल अगम जैसे लहर में ओधद, जल केवल जाल माही। वाहिगुरु जी का खालसा, वाहिगुरु जी की फतेह। परम सत्कारयोग गुरु रूप साध संगत जीओ, जुगो जुग अटल चवर तख्त छत्र दे मालक, हाजरा हजूर जाहरा जहूर सच्चे पातशाह धन गुरु ग्रंथ साहिब सच्चे पातशाह गरीब नवाज जी के पावन चरणों आप अमृत वेले के दीवाना हाजरियां भर रहे हो। गरीब नवाज जी की पावन बख्शिश मुबारक अंग 657 ते सुभाईमान है। राग सोरठ बाणी भगतां की और ये पावन श्री मुखवाक 13वीं सदी के महान पुरुष भगत रविदास जी की पावन रसना का पवित्र बोल है। भगत जी बख्शिश करते ने, कहते जब हम होते तब तू नहीं। हा ते मां दो अखर ने, दोनों अखर मुक्ते ने। हा दा अर्थ है हंकार, हंगता। मां दा अर्थ है मैं, मनुख दा क्रोध। कहते जितनी देर तक मनुख दे अंदर हंगता रहिंदी है ना, हौमे रहिंदा है, अहंकार रहिंदा है, उतनी देर तक अकाल पुरख वाहिगुरू दा साक्षात्कार नहीं हुंदा। फिर बेनती करांगा कि जितनी देर तक मनुख दे अंदर हौमे रहिंदी है, मनुख दे अंदर अहंकार रहिंदा है, उतनी देर तक मनुख के हिरदे रूपी घर दे विच अकाल पुरख वाहिगुरू दा साक्षात्कार नहीं हुंदा। क्योंकि गुरु ग्रंथ साहिब कहते ने, हर जीओ अहंकार ना पावे। अकाल पुरख वाहिगुरू नूं जिहड़ी हौमे है वो बिल्कुल चंगी नहीं लगती। असी रोज़ शाम नूं पढ़ते हैं, अहंकारियां निंदकां पिठ दे नाम देओ मुख लाया। नाम दी जी वल मुख कर लिया, हंकारियां वल पिठ हो गई। भगत नामदेव जी महाराज वल मुख कर लिया, दिहरे ने घुमा के। अहंकारियां निंदकां पिठ दे नाम देओ मुख लाया। जब हम होते तब तू नाही, अब तू ही मैं नाही। रविदास जी कहते जितनी देर तक मेरे अंदर हौमे सी ना, मैं सी ना, उतनी देर तक अकाल पुरख वाहिगुरू का साक्षात्कार नहीं होया। मेरे तो पहला बड़िया ने कोशिश की,
ਇਸੇ ਬਚਨ ਨੂੰ ਨਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਾਵਨ ਬਾਣੀ ਅੰਦਰ ਕਹਿੰਦੇ ਨੇ, ਕਹੋ ਨਾਨਕ ਹਉਮੈ ਭੀਤ ਗੁਰ ਖੋਈ, ਤੋ ਦਇਆਰ ਬੀਠ ਲੋ ਪਾਇਓ। ਭੀਤ ਕਹਿੰਦੇ ਨੇ ਕੰਧ ਨੂੰ। ਕਹਿਣ ਕਿ ਮਨੁੱਖ ਦੇ ਅੰਦਰ ਇੱਕ ਹਉਮੈ ਦੀ ਕੰਧ ਹੈ। ਜਿਤਨੀ ਦੇਰ ਤੱਕ ਉਹ ਕੰਧ ਨਹੀਂ ਨਾ ਗਿਰਦੀ, ਉਤਨੀ ਦੇਰ ਤੱਕ ਬਾਤ ਨਹੀਂ ਬਣਦੀ। ਸਤਿਗੁਰੂ ਜੀ ਨੇ ਜਪਜੀ ਸਾਹਿਬ ਦੇ ਅੰਦਰ ਇੱਕ ਇਸ਼ਾਰੇ ਮਾਤਰ ਸਾਨੂੰ ਇੱਕ ਬਾਤ ਸਮਝਾਈ, ਰਮਜ਼। ਉਹ ਕਹਿੰਦੇ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਕਹਿਣ ਕਿ ਮਨੁੱਖ ਕਿਵੇਂ ਸਚਿਆਰਾ ਹੋ ਸਕਦਾ ਹੈ, ਤੇ ਕਿਵੇਂ ਕੂੜ ਦੀ ਜਿਹੜੀ ਪਾਲ ਹੈ, ਕੂੜ ਦੀ ਜਿਹੜੀ ਕੰਧ ਹੈ, ਅਸਲ ਦੇ ਵਿੱਚ ਇਹ ਸ਼ਬਦ ਪਾਲ ਹੈ। ਭਾਵੇਂ ਲੱਲੇ ਨਾਲ ਲਿਖਿਆ ਪਾਲ, ਪਰ ਪਾਲ ਦਾ ਅਰਥ ਹੁੰਦਾ ਹੈ ਪਾਲਣਾ। ਪਰ ਜਿਹੜਾ ਸ਼ਬਦ ਹੈ ਨਾ ਪਾਲ, ਪਾਲ ਦਾ ਅਰਥ ਹੈ, ਜਿਸ ਤਰ੍ਹਾਂ ਅਸੀਂ ਖੇਤੀ ਕਰਦੇ ਹਾਂ, ਜਦੋਂ ਜਿਹੜੇ ਖੇਤੀ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਬਾਤ ਛੇਤੀ ਸਮਝ ਦੇ ਵਿੱਚ ਆ ਜਾਂਦੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਕਿਰਸਾਨੀ ਦੇ ਨਾਲ ਜੁੜੇ ਸਨ। ਪਾਲਾਂ ਲਾਈਆਂ ਜਾਂਦੀਆਂ, ਗੁਆਰੇ ਦੀਆਂ, ਸਰੋਂ ਦੀਆਂ, ਕਣਕ ਦੀਆਂ, ਛੋਲਿਆਂ ਦੀਆਂ ਪਾਲਾਂ ਲਾਈਆਂ ਜਾਂਦੀਆਂ ਸੀ, ਜਿਹਨੂੰ ਅਸੀਂ ਸ਼ਬਦ ਵਰਤਦੇ ਸੀ ਮੰਡਲੀ। ਤੇ ਇੱਥੇ ਅਸੀਂ ਅਰਥ ਕਰਾਂਗੇ ਕੰਧ। ਕਹਿਣਗੇ ਕਿ ਕੂੜਾ ਟੁੱਟਿਆ ਪਾਲ, ਅੰਦਰ ਦੀ ਜਿਹੜੀ ਕੂੜ ਦੀ ਪਾਲ ਹੈ, ਕੂੜ ਦੀ ਜਿਹੜੀ ਕੰਧ ਹੈ, ਉਹ ਕਿਸ ਤਰ੍ਹਾਂ ਗਿਰੇਗੀ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਹੁਣ ਮੇਰੇ ਅੰਦਰੋਂ ਹਉਮੈ ਦੀ ਜਿਹੜੀ ਕੰਧ ਹੈ ਉਹ ਗਿਰ ਗਈ ਹੈ, ਤੇ ਮੈਨੂੰ ਇੱਕ ਬਾਤ ਸਮਝ ਦੇ ਵਿੱਚ ਆ ਗਈ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਤੇ ਮੁਝ में रहा ना हूँ, जब आपा परका मिट गया जत देखो तत तू। हर ਜ਼ਰੇ ਜ਼ਰੇ ਦੇ ਵਿੱਚ ਉਹ ਨਜ਼ਰ ਆਉਣ ਲੱਗ ਪਿਆ। ਕਿਉਂ? ਕਿਉਂਕਿ ਅੰਦਰੋਂ ਹਉਮੈ ਦੀ ਕੰਧ ਗਿਰ ਗਈ ਹੈ। ਮੈਂ ਮੇਰੀ ਪਦਾਰਥ ਦਾ, ਧਨ ਦਾ, ਸਰੀਰ ਦਾ, ਬੋਲੀ ਦਾ, ਅਹੁਦੇ ਦਾ ਅਹੰਕਾਰ ਹੈ ਜਿਹੜਾ, ਉਹ ਸਮਾਪਤ ਹੋ ਗਿਆ। ਅਨਲ ਅਗਮ ਜੈਸੇ ਲਹਿਰ ਮੈਂ ਓਦਦ ਜਲ ਕੇਵਲ ਜਲ ਮਾਹੀ। ਅਨਲ ਸੰਸਕ੍ਰਿਤ ਦਾ ਸ਼ਬਦ ਹੈ। ਦੁਰਗਮ ਹਨੇਰੀ ਚੱਲਦੀ ਹੈ ਬੜੇ ਜ਼ੋਰ ਦੀ, ਤੇ ਓਦਦ ਕਹਿੰਦੇ ਨੇ ਸਮੁੰਦਰ ਨੂੰ। ਸਮੁੰਦਰ ਦੇ ਵਿੱਚ ਪਾਣੀ ਦੀਆਂ ਲਹਿਰਾਂ ਉੱਠਦੀਆਂ ਨੇ, ਪਰ ਲਹਿਰਾਂ ਨੂੰ ਕਿਤੇ ਨਾ ਕਿਤੇ ਭੁਲੇਖਾ ਪੈ ਗਿਆ ਵੀ ਮੈਂ ਕਿਤੇ ਇਸ ਸਮੁੰਦਰ ਨਾਲੋਂ ਵੱਖਰੀ ਹਾਂ। ਪਰ ਜਿਹੜੀ ਲਹਿਰ ਹੈ ਅਕਸਰ ਤਾਂ ਸਮੁੰਦਰ ਦੇ ਵਿੱਚੋਂ ਹੀ ਉੱਠੀ ਹੈ, ਉਹ ਸਮੁੰਦਰ ਦਾ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼। ਮੈਂ ਦੇਖਿਆ ਕਈ ਵਾਰੀ ਕੋਈ ਨਾਸਤਿਕ ਪੁਰਸ਼ ਕਹਿੰਦੇ ਨੇ ਅਸੀਂ ਨਹੀਂ ਰੱਬ ਨੂੰ ਮੰਨਦੇ। ਕਿਹੜਾ ਰੱਬ? ਪਰ ਅਸਲ ਦੇ ਵਿੱਚ ਕੀ ਹੈ? ਉਹ ਵੀ ਤੇ ਰੱਬ ਤੋਂ ਬਾਹਰ ਨਹੀਂ ਨੇ। ਉਹ ਵੀ ਤਾਂ ਉਹਦੀ ਦਿੱਤੀ ਹੋਈ ਪ੍ਰਾਣ ਸ਼ਕਤੀ, ਗਿਆਨ ਇੰਦਰੇ, ਕਰਮ ਇੰਦਰੀਆਂ ਦੇ ਨਾਲ ਆਪਣਾ ਜੀਵਨ ਹੈ ਜਿਹੜਾ ਉਹ ਬਤੀਤ ਕਰ ਰਹੇ ਨੇ। ਇਸੇ ਬਾਤ ਨੂੰ ਸਤਿਗੁਰੂ ਰਵਿਦਾਸ ਜੀ ਕਹਿੰਦੇ, ਮਾਧਵੇ ਕਿਆ ਕਹੀਏ ਪਰਮ ਐਸਾ। ਕਹਿਣ ਲੱਗੇ, ਹੈ ਮਾਧੋ, ਮਨੁੱਖ ਨੂੰ ਇਸ ਗੱਲ ਦਾ ਭੁਲੇਖਾ ਪੈ ਗਿਆ, ਤੇ ਇਹ ਭੁਲੇਖਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ। ਅੱਜ ਵੀ ਤੁਸੀਂ ਦੇਖੋ ਨਾ, ਬਾਹਰ ਵਿਦੇਸ਼ ਦੀ ਧਰਤੀ ਤੇ ਬੈਠ ਕੇ ਉਹ ਰੇਡੀਓ ਦੇ ਰਾਹੀਂ ਕਹਿੰਦੇ ਜੀ ਕਿਹੜਾ ਰੱਬ ਹੈ, ਕੌਣ ਸਾ ਰੱਬ ਹੈ, ਅਸੀਂ ਨਹੀਂ ਜਾਣਦੇ, ਅਸੀਂ ਮੰਨਦੇ ਹੀ ਨਹੀਂ ਹਾਂ। ਪਰ ਜਦੋਂ ਹੁਣ ਉਹ ਕਰੋਨਾ ਦੀ ਵਬਾ ਫੈਲੀ ਹੈ ਤੇ ਸਾਰਾ ਮੁਲਕ ਅੰਦਰ ਡੱਕ ਦਿੱਤਾ, ਤੇ ਸਾਰਿਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ। ਸਾਹਿਬ ਕਹਿੰਦੇ ਨਾ, ਅਦ੍ਰਿਸ਼ ਹੈ ਅਕ੍ਰਿਸ਼ ਹੈ। ਜਿਹੜਾ ਉਹ ਅਦ੍ਰਿਸ਼ ਹੈ, ਵਿਰਾਜਮਾਨ ਹੈ, ਜਿਹੜਾ ਘਟ ਘਟ ਮੈਂ ਹਰ ਜੂ ਬਸੈ,
ਫਿਰ ਉਹਦੇ ਚਰਨਾਂ 'ਚ ਬੇਨਤੀਆਂ ਕੀਤੀਆਂ, ਇਹ ਨਿਰੰਕਾਰ ਆ ਜਿਹੜੀ ਭਿਆਨਕ ਮਹਾਂਮਾਰੀ ਫੈਲੀ ਹੈ, ਇਹਦੇ ਤੋਂ ਸਾਡੀ ਰੱਖਿਆ ਕਰੋ। ਭਰਮ ਪੈ ਗਿਆ, ਪਰ ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਪੈ ਗਿਆ ਏ, ਪਰ ਜਿਵੇਂ ਉਹ ਮੰਨ ਰਿਹਾ ਨਾ ਉਵੇਂ ਹੋ ਨਹੀਂ ਰਿਹਾ। ਬਾਬਾ ਫਰੀਦ ਜੀ ਕਹਿੰਦੇ ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਮਨੁੱਖ ਦੇ ਹਿਰਦੇ 'ਚ ਭਾਵੇਂ ਜਿੱਡਾ ਮਰਜ਼ੀ ਵੱਡਾ ਵਹਿਮ ਹੋਵੇ, ਭਰਮ ਹੋਵੇ, ਪਰ ਵਹਿਮ ਭਰਮ ਸਾਰੇ ਉਦੋਂ ਨਿਕਲ ਜਾਂਦੇ ਨੇ ਜਦੋਂ ਜਿਹੜੀਆਂ ਗੱਲਾਂ ਸੋਚੀਆਂ ਵੀ ਨਹੀਂ ਹੁੰਦੀਆਂ ਉਹ ਗੱਲਾਂ ਹੋ ਖਲੋਂਦੀਆਂ ਨੇ। ਰਵਿਦਾਸ ਜੀ ਉਦਾਹਰਨ ਦਿੰਦੇ ਆ, ਕਹਿੰਦੇ ਨੇ ਤੇ ਉਹ ਬਾਤ ਹੋ ਗਈ ਜਿਵੇਂ ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਪੈ ਭਿਖਾਰੀ। ਨਰਪਤ ਕਹਿੰਦੇ ਨੇ, ਨਰ ਕਹਿੰਦੇ ਨੇ ਮਨੁੱਖਾਂ ਨੂੰ, ਪਤ ਕਹਿੰਦੇ ਨੇ ਪਤੀ ਨੂੰ। ਮਨੁੱਖਾਂ ਦਾ ਰਾਜਾ, ਕੋਈ ਮਹਾਰਾਜਾ ਚੱਕਰਵਰਤੀ ਸਮਰਾਟ ਆਪਣੇ ਸਿੰਘਾਸਣ ਤੇ ਸੁੱਤਾ ਤੇ ਸੁਪਨੇ 'ਚ ਕੀ ਦੇਖਦਾ? ਮੈਂ ਭਿਖਾਰੀ ਹੋ ਗਿਆ। ਅਛਤ ਰਾਜ ਵਿਚਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਸੁਪਨੇ ਦੇ ਵਿੱਚ ਉਹਦਾ ਰਾਜ ਵਿਛੜ ਗਿਆ, ਸਿੰਘਾਸਣ ਤੇ ਸੁੱਤਾ ਹੈ ਪਰ ਰੋ ਰਿਹਾ ਹੈ। ਹਉਮੈ ਦੇ ਕਰਕੇ ਮਨੁੱਖ ਦੇ ਅੰਦਰ ਦੀ ਹਾਲਤ ਵੀ ਇਹੀ ਹੋ ਗਈ ਹੈ। ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਵਿਛੜ ਗਿਆ ਹੈ ਤੇ ਹੁਣ ਛੋਟੀ ਛੋਟੀ ਬਾਤ ਤੇ ਰੋਂਦਾ ਫਿਰਦਾ ਹੈ। ਜਿਸ ਦਿਨ ਜੰਮਿਆ ਸੀ ਉਸ ਦਿਨ ਰੋਇਆ ਕਿਉਂਕਿ ਭੁੱਖ ਲੱਗੀ ਸੀ, ਤੇ ਉਹ ਭੁੱਖ ਇੰਨੀ ਖਤਰਨਾਕ, ਇੰਨੀ ਘਾਤਕ ਹੋ ਗਈ ਕਿ ਹੁਣ ਇਹਦਾ ਰੋਣਾ ਹੀ ਨਹੀਂ ਬੰਦ ਹੁੰਦਾ, ਕੁਛ ਮਰਜ਼ੀ ਆ ਜਾਏ। ਸਤਿਗੁਰੂ ਤੇ ਇੱਥੋਂ ਤੱਕ ਵੀ ਕਹਿੰਦੇ ਨੇ, ਕਹਿੰਦੇ ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਓ ਕੋਈ। ਗਿਆਨੀ ਜੀਵੈ ਸਦਾ ਸਦਾ, ਸੁਰਤੀ ਹੀ ਪਤ ਹੋਏ। ਕਹਿੰਦੇ ਕਿ ਰੱਜ ਨਾ ਕੋਈ ਜੀਵਿਆ। ਇੱਥੋਂ ਤੱਕ ਕਿ ਜੀਵਨ ਦੇ ਪ੍ਰਤੀ ਮਨੁੱਖ ਦਾ ਕੈਸਾ ਨਜ਼ਰੀਆ ਹੈ, ਜਿਉਂ-ਜਿਉਂ ਕਿ ਨਹੀਂ ਰੱਜਿਆ। ਤੇ ਦੁਨੀਆ ਦੇ ਰੰਗ ਤਮਾਸ਼ੇ ਵੇਖ ਵੇਖ ਕੇ ਮਨ ਨਹੀਂ ਭਰਿਆ। ਭਾਈ ਗੁਰਦਾਸ ਕਹਿੰਦੇ ਨੇ, ਅੱਖੀ ਦੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ, ਨਹੀਂ ਰੱਜਿਆ ਅੰਦਰ। ਪਰ ਸਤਿਗੁਰੂ ਦੀ ਬਾਣੀ ਸਮਝਾਉਂਦੀ ਹੈ। ਸਾਹਿਬ ਲਾਣੀਆਂ ਕਹਿੰਦੇ ਨੇ, ਕਹਿੰਦੇ ਥਾਕਾ ਤੇਜ਼ ਉੱਡਿਆ ਮਨ ਪੰਖੀ, ਘਰ ਆਂਗਣ ਨਾ ਸੁਖਾਈ। ਬੇਣੀ ਕਹਿ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਕਹਿਣ ਲੱਗੇ ਤੈਨੂੰ ਵਹਿਮ ਹੀ ਹੋ ਗਿਆ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਪਿਆ ਭਿਖਾਰੀ। ਅਛਤ ਰਾਜ ਵਿਚਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਕਹਿਣ ਲੱਗੇ ਸਾਡੀ ਤੇ ਉਹ ਹਾਲਤ ਹੋ ਗਈ ਹੈ ਜਿਵੇਂ ਸੁਪਨੇ ਦੇ ਵਿੱਚ ਰਾਜਾ ਭਿਖਾਰੀ ਹੋ ਗਿਆ ਤੇ ਰੋ ਰਿਹਾ ਸਿੰਘਾਸਣ ਦੇ ਉੱਤੇ ਪਿਆ। ਤੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਵਿਛੜਿਆਂ ਤੋਂ ਮਨੁੱਖ ਦਾ ਜੀਵਨ ਇਸ ਤਰ੍ਹਾਂ ਹੋ ਗਿਆ ਹੈ, ਰਾਜ ਭੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਰਾਜ, ਰਾਜ ਕਹਿੰਦੇ ਨੇ ਰਜੂ ਨੂੰ। ਰਜੂ ਦਾ ਅਰਥ ਹੁੰਦਾ ਰੱਸੀ, ਭੁਜੰਗ ਕਹਿੰਦੇ ਨੇ ਸੱਪ ਨੂੰ। ਕਹਿਣ ਲੱਗੇ ਜਿਸ ਤਰ੍ਹਾਂ ਅੰਧੇਰੇ 'ਚ ਮਨੁੱਖ ਨੂੰ ਰੱਸੀ ਪਈ ਹੋਵੇ ਤੇ ਸੱਪ ਦਿਸਦੀ ਹੈ, ਠੀਕ ਉਸੇ ਤਰ੍ਹਾਂ ਕਹਿਣ ਲੱਗੇ ਇਹ ਜਿਹੜਾ ਪ੍ਰਸੰਗ ਹੈ ਨਾ ਸੰਸਾਰ ਦਾ, ਮਨੁੱਖ ਦੇ ਜੀਵਨ ਦਾ ਤੇ ਸੰਸਾਰ ਨਾਲ ਨਾਤੇ ਦਾ, ਇਹ ਇੱਦਾਂ ਹੀ ਹੈ। ਉਹਨੂੰ ਇੱਦਾਂ ਲੱਗਦਾ ਹੈ, ਰਵਿਦਾਸ ਜੀ ਕਹਿੰਦੇ ਵੀ ਜਿਵੇਂ ਇੱਥੋਂ ਕਦੀ ਜਾਣਾ ਹੀ ਨਹੀਂ। ਮਨੁੱਖ ਦੀ ਪਕੜ ਇੰਨੀ ਕੁ ਹੈ ਵੀ ਮੈਂ ਕਦੀ ਨਹੀਂ ਜਾਣਾ, ਪਰ ਜਾਂਦਾ ਇਸ ਤਰ੍ਹਾਂ ਜਿਵੇਂ ਕਦੇ ਆਇਆ ਹੀ ਨਹੀਂ ਹੁੰਦਾ। ਸਫ਼ਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ, ਤੁਰ ਪੈਣਾ ਤੇ ਕਿਸੇ ਨੂੰ ਪੁੱਛਣਾ ਨਹੀਂ। ਚਿੱਟੀ ਚਾਦਰ ਦੀ ਮਾਰਨੀ ਅਸੀਂ ਬੁੱਕਲ, ਪਰ ਅਸੀਂ ਕਿਸੇ ਦੇ ਰੁਕਣਾ ਨਹੀਂ। ਰਵਿਦਾਸ ਜੀ ਕਹਿੰਦੇ ਮਨੁੱਖ ਨੂੰ ਸਿਰਫ ਤੇ ਸਿਰਫ ਭੁਲੇਖਾ ਪੈ ਗਿਆ। ਕਹਿੰਦੇ ਵੀ
ਰੱਸੀ ਸੱਪ ਦਿਸਦੀ ਹੈ। ਇਹ ਪ੍ਰਸੰਗ ਹੈ ਜਿਹੜਾ, ਇਹਦਾ ਕਿਸੇ ਨੂੰ ਭੇਤ ਨਹੀਂ ਆਇਆ। ਪਰ ਜਿਨ੍ਹਾਂ ਨੇ ਸਤਸੰਗਤ ਕੀਤੀ ਹੈ, ਜਿਨ੍ਹਾਂ ਨੇ ਪੂਰੇ ਗੁਰੂ ਦੀ ਸ਼ਰਨ ਲਈ ਹੈ, ਅਬ ਕਛ ਮਰਮੋ ਜਨਾਇਆ। ਸਤਸੰਗਤ 'ਚ ਆਇਆ ਤੋਂ ਮੈਨੂੰ ਇਹ ਸੋਝੀ, ਮਰਮ ਕਹਿੰਦੇ ਨੇ ਭੇਤ ਨੂੰ, ਕਹਿਣ ਕਿ ਮੈਨੂੰ ਕੁਛ ਨਾ ਕੁਛ ਭੇਤ ਪ੍ਰਾਪਤ ਹੋ ਗਿਆ। ਕਿਸ ਤਰ੍ਹਾਂ? ਅਨਕ ਕਟਕ ਜੈਸੇ ਭੂਲ ਪਰੇ। ਅਨਕ ਅਨੇਕ, ਅਨਕ ਕਟਕ, ਕਟਕ ਕਹਿੰਦੇ ਨੇ ਕੜੇ ਨੂੰ। ਕਹਿਣ ਲੱਗੇ ਜਿਸ ਤਰ੍ਹਾਂ ਸੋਨੇ ਦੀ ਡਲੀ ਤੋਂ ਵੱਖਰੇ ਵੱਖਰੇ ਤਰ੍ਹਾਂ ਦੇ ਗਹਿਣੇ ਬਣਾਏ ਜਾਣ, ਉਹਦੀ ਛਾਂਪ ਬਣਾਈ ਜਾਵੇ, ਉਹਦਾ ਕੜਾ ਬਣਾਇਆ ਜਾਵੇ, ਉਹਦੇ ਕੋਈ ਕੰਨਾਂ ਦੇ ਵਿੱਚ ਪਾਉਣ ਵਾਸਤੇ ਕੋਈ ਟੋਪਸ ਬਣਾਇਆ ਜਾਵੇ, ਕੋਈ ਕੋਕਾ ਬਣਾਇਆ ਜਾਵੇ, ਕੋਈ ਰਿੰਗ ਬਣਾਏ ਜਾਣ, ਕੋਈ ਨੈਕਲਸ ਬਣਾਇਆ ਜਾਵੇ, ਤੇ ਵੇਖਣ ਵਾਲਾ ਇਹ ਕਵੇ ਵੀ ਇਹ ਵੱਖਰਾ ਵੱਖਰਾ ਸੋਨਾ ਹੈ। ਸੋਨਾ ਤੇ ਕੀ ਹੈ? ਠੀਕ ਉਸੇ ਤਰ੍ਹਾਂ ਕਬੀਰ ਜੀ ਕਹਿੰਦੇ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਿਰਜਣਹਾਰ ਹੈ, ਨਾ ਕਿਛ ਪੋਚ ਮਾਟੀ ਕੇ ਭਾਂਡ ਹੈ, ਨਾ ਕਿਛ ਪੋਚ ਕੁੰਭਾਰ ਹੈ। ਇੱਕ ਹੀ ਮਿੱਟੀ ਤੋਂ ਤਿਆਰ ਹੋਇਆ ਸਾਰਾ ਕੁਛ। ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ। ਪਰ ਇੱਥੋਂ ਦੀ ਬਹੁ ਗਿਣਤੀ ਨੇ ਤੇ ਕੈਟਾਗਰੀ ਬਣਾਤੀਆਂ, ਮਨੁੱਖਾਂ ਦੀਆਂ ਵੀ 4 ਸ਼੍ਰੇਣੀਆਂ ਬਣਾਤੀਆਂ। ਆ ਜੀ ਬ੍ਰਾਹਮਣ ਹੈ ਜੀ, ਆ ਖੱਤਰੀ ਹੈ ਜੀ, ਸੂਦ ਹੈ ਜੀ, ਸੂਦਰ ਹੈ ਜੀ, ਅਵੈਸ਼ ਹੈ ਜੀ। ਤੇ ਸਾਡੇ ਵਿੱਚ ਵੀ ਇਦਾਂ ਹੁਣ ਹੋ ਰਿਹਾ ਹੈ। ਅੰਮ੍ਰਿਤ ਧਾਰੀ ਅੰਮ੍ਰਿਤ ਛਕ ਕੇ ਤੈਨੂੰ ਪੁੱਛਣਗੇ ਤੁਸੀਂ, ਕਹਿਣ ਲੱਗੇ ਜੀ ਅਸੀਂ ਦਲਿਤ ਹਾਂ ਜੀ। ਜਿਹਦਾ ਪਿਓ ਮਹਾਰਾਜਾ ਹੋਵੇ ਤੇ ਪੁੱਤਰ ਤੇ ਮਹਾਰਾਜਾ ਹੀ ਹੋਵੇਗਾ ਨਾ। ਪਿਓ ਰਾਜਾ ਮਹਾਰਾਜਾ ਹੋਵੇ ਤੇ ਪੁੱਤਰ ਕਿਵੇਂ ਭਿਖਾਰੀ ਹੋ ਸਕਦਾ ਹੈ? ਤਖਤਾਂ ਤਾਜਾਂ ਦੇ ਮਾਲਕ ਸਰਬੰਸਦਾਨੀ ਦਾ ਪੁੱਤਰ ਹੋ ਕਰਕੇ ਤੇ ਕਹਿੰਦਾ ਜੀ ਮੈਂ ਦਲਿਤ ਹਾਂ, ਮੈਂ ਜੀ ਗਰੀਬ ਸਿੱਖ ਹਾਂ ਜੀ। ਮਨ ਦੀ ਗਰੀਬੀ ਹੋਰ ਬਾਤ ਹੈ। ਆ ਵੱਖਰੇ ਵੱਖਰੇ ਭਾਂਡੇ ਟਾਲੇ ਨੇ, ਵੱਖਰੀਆਂ ਵੱਖਰੀਆਂ ਪੰਗਤੀਆਂ ਲਾਉਣ ਲੱਗ ਪਏ ਨੇ। ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਿਧਾਂਤ ਨਹੀਂ ਨਾ ਮੰਨਦਾ, ਉਹ ਭਾਵੇਂ ਲੱਖਾਂ ਹੀ ਵੱਟ ਚੁੱਕੀ ਫਿਰੇ ਤੇ ਲੱਖਾਂ ਲੈਣਾ ਬਣਾਈ ਜਾਵੇ, ਉਹ ਗੁਰੂ ਕਾ ਸਿੱਖ ਹੀ ਨਹੀਂ ਹੈ। ਪਾਵਨ ਸ੍ਰੀ ਮੁਖ ਵਾਕ ਸਾਹਿਬ ਕਹਿੰਦੇ ਨੇ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਹੜਾ ਬਾਣੀ ਤੇ ਅਕੀਦਾ ਨਹੀਂ ਰੱਖਦਾ, ਬਾਣੀ ਦੇ ਫਲਸਫੇ ਦੇ ਅਨੁਸਾਰ ਨਹੀਂ ਚੱਲਦਾ, ਉਹ ਕਿੱਥੋਂ ਦਾ ਸਿੱਖ ਹੋ ਗਿਆ ਬਈ? ਮੈਂ ਕਹਿੰਦਾ ਐਸੇ ਬੰਦੇ ਨੂੰ ਅੰਮ੍ਰਿਤ ਛਕਾਉਂਦੇ ਨੇ ਉਹ। ਐਸੇ ਬੰਦਿਆਂ ਤੇ ਉੱਤੇ ਲਾਹਨਤ ਹੈ, ਜਿਹੜੇ ਗੁਰੂ ਦੇ ਸਿਧਾਂਤ ਤੋਂ ਅਲੱਗ ਜਾ ਕੇ ਤੇ ਵੱਡੇ ਵੱਡੇ ਡੇਰੇ ਬਣਾ ਕੇ ਬੈਠੇ ਨੇ। ਆ ਜੀ ਸ਼ੂਦਰ ਹੈ ਜੀ, ਆ ਜੀ ਨੀਵੀਂ ਜਾਤੀ ਦੇ ਨੇ ਜੀ, ਆ ਜੀ ਫਲਾਣੀ ਜਾਤੀ ਹੈ ਜੀ, ਫਲਾਣੀ ਜਾਤੀ ਹੈ ਜੀ। ਸਤਿਗੁਰੂ ਤਾਂ ਕਹਿੰਦੇ ਨੇ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ। ਉਹ ਆਪਣੇ ਆਪ ਨੂੰ ਬੰਦੇ ਗਿਣਦੇ ਨੇ, ਤੇ ਬੰਦੇ ਤੇ ਫਿਰ ਸਾਰੇ ਕੁਦਰਤ ਦੇ ਨੇ। ਸਾਰਿਆਂ ਦੇ ਅੰਦਰ ਅੱਲਾ ਦਾ ਨੂਰ ਹੈ। ਖਾਕ ਨੂਰ ਕਰਦੰਗ ਆਲਮ ਦੁਨੀਆਏ, ਅਸਮਾਨ ਜਿਮੀ ਦਰਖਤ ਆਬ ਪੈਦਾਇਸ਼ ਖੁਦਾਏ ਬੰਦੇ ਚਸ਼ਮਦੀਦਿੰਗ ਫੈਨਾਏ। ਐ ਮਨੁੱਖ ਤੂੰ ਆਪਣੀ ਅੱਖਾਂ ਦੇ ਨਾਲ ਵੇਖ। ਸਾਹਿਬ ਗੁਰੂ ਤੇਗ ਬਹਾਦਰ ਕਹਿੰਦੇ ਘਟ ਘਟ ਮੈਂ ਹਰ ਜੂ ਵਸੈ। ਨਾਮਦੇਵ ਜੀ ਕਹਿੰਦੇ ਸਭੇ ਕਟਰਾਮ ਬੋਲੇ। ਕਬੀਰ ਜੀ ਕਹਿੰਦੇ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਿਰਜਣਹਾਰ ਹੈ। ਸਾਜਣ ਵਾਲਾ ਇੱਕ ਹੈ। ਬੰਦਿਆਂ ਦੀਆਂ ਕੈਟਾਗਰੀਆਂ ਉੱਚੀ ਨੀਵੀਂ ਕਿਵੇਂ ਹੋ ਗਈਆਂ? ਰਹੋ ਵਿਚਾਰ। ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਣ ਨਾ ਆਇਆ। ਕਹਿਣ ਲੱਗੇ ਬਾਤ ਸਮਝ ਦੇ ਵਿੱਚ ਨਹੀਂ ਆਈ। ਜੋਤ ਇੱਕੋ ਹੀ ਹੈ। ਸਰਬੇ ਏਕ ਅਨੇਕਾ ਸੁਆਮੀ। ਸਾਰਿਆਂ ਦੇ ਵਿੱਚ ਇੱਕੋ ਹੀ ਸੁਆਮੀ ਦੀ ਜੋਤ ਵਰਤ ਰਹੀ ਹੈ, ਕਿਰਿਆ ਕਰ ਰਹੀ ਹੈ। ਪਰ ਸਭ ਘਟ ਭੋਗਵੈ ਸੋਈ। ਸ਼ੇਰ ਦੇ ਅੰਦਰ ਵੀ ਉਹ ਬੈਠਾ ਹੈ ਤੇ ਬੱਕਰੀ ਦੇ ਅੰਦਰ ਵੀ ਉਹ ਬੈਠਾ ਹੈ। ਬੱਕਰੀ ਸਿੰਘ ਇੱਕ ਤੈ ਥਾਏ ਰੱਖ ਹੈ, ਮਨ ਹਰ ਜਪ ਭਰਮ ਭਉ ਦੂਰ ਕੀਜੈ। ਕਹਿ ਲਗੇ ਕੀੜੀ ਦੇ ਵਿੱਚ ਵੀ ਉਹ, ਚਿੰਟੀ ਤੇ ਕੁੰਚ ਰਸਤੋਲਾ। ਕੀੜੀ 'ਚ ਵੀ ਉਹ ਹੈ, ਹਾਥੀ 'ਚ ਵੀ ਉਹ ਹੈ। ਆਪੇ ਰਸੀਆ
ਆਪ ਰਸ। ਫੁੱਲ 'ਚ ਵੀ ਉਹ ਹੈ ਤੇ ਭੰਵਰੇ 'ਚ ਵੀ ਉਹ ਹੈ। ਕਤਲ ਹੋਣ ਵਾਲਾ ਵੀ ਉਹ ਆਪ ਹੈ ਤੇ ਕਤਲ ਕਰਨ ਵਾਲਾ ਵੀ ਉਹ ਆਪ ਹੈ। ਹਰ ਇੱਕ ਦੇ ਅੰਦਰ ਉਹਦੀ ਜੋਤ ਵਰਤਦੀ ਹੈ। ਸਰਬੇ ਏਕ ਅਨੇਕੈ ਸਵਾਮੀ, ਸਭ ਘਟ ਸਾਰੀਆਂ ਘਟਾਵਾਂ ਦੇ ਵਿੱਚ ਉਗਵੈ ਸੋਈ। ਤੇ ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ। ਰਵਿਦਾਸ ਜੀ ਕਹਿੰਦੇ ਜਿਵੇਂ ਹੱਥ ਦੀਆਂ ਉਂਗਲਾਂ ਨੇ ਨਾ, ਜਿਵੇਂ ਸਾਡਾ ਹੱਥ ਸਾਡੇ ਸਰੀਰ ਤੋਂ ਕਿੰਨੀ ਕੁ ਦੂਰ ਹੈ, ਉਂਗਲਾਂ ਕਿੰਨੀ ਕੁ ਦੂਰ ਨੇ ਇੱਕ ਦੂਸਰੀ ਦੇ ਨਾਲ। ਇਹ ਜਿਹੜਾ ਸਪੇਸ ਹੈ ਵਿਚਾਲੇ, ਇਹ ਸਿਰਫ ਹਉਮੈ ਹੈ, ਅਹੰਕਾਰ ਹੈ। ਤੇ ਜਦੋਂ ਤੁਸੀਂ ਗੁਰੂ ਦੀ ਸੰਗਤ ਕਰੋਗੇ ਤੇ ਹੌਲੀ ਹੌਲੀ ਸੁਤੇ ਸਿੱਧ, ਸਹਿਜੇ ਹੋਏ ਸੋ ਹੋਈ ਦਾ ਮਤਲਬ ਹੈ ਸੁਤੇ ਸਿੱਧ, ਆਰਾਮ ਦੇ ਨਾਲ ਜਿਵੇਂ ਅਸੀਂ ਸਾਹ ਲੈਂਦੇ ਹਾਂ, ਇਸੇ ਤਰ੍ਹਾਂ ਤੁਸੀਂ ਸੰਗਤ ਕਰਦੇ ਰਹੋ ਤੇ ਹੌਲੀ ਹੌਲੀ ਮਨੁੱਖਤਾ ਦੇ ਵਿੱਚੋਂ ਇਹ ਜਿਹੜੇ ਵਹਿਮ ਭਰਮ ਨੇ ਸਾਰੇ ਦੂਰ ਹੋ ਜਾਣਗੇ। ਇੱਕ ਇੱਕ ਮਨੁੱਖ ਦੇ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਸਦਕਾ, ਸਤਸੰਗਤ ਦੇ ਸਦਕਾ, ਉਹਦੀ ਸੋਝੀ ਦੇ ਸਦਕਾ, ਉਹਦੀ ਦਇਆਲਤਾ ਦੇ ਸਦਕਾ ਅੰਦਰ ਦੀ ਹੰਗਤਾ, ਅੰਦਰ ਦੀ ਹਉਮੈ ਸਮਾਪਤ ਹੋ ਜਾਏਗੀ। ਤੇ ਫਿਰ ਸਤਿਗੁਰੂ ਕਹਿੰਦੇ ਨੇ, ਕਹੋ ਨਾਨਕ ਹਉਮੈ ਪੀਤ ਗੁਰ ਖੋਈ, ਤੋ ਦਇਆਰ ਬੀਠ ਲੋ ਪਾਇਓ। ਜਿਵੇਂ ਮਨੁੱਖ ਦੀ ਹੰਗਤਾ ਦੂਰ ਹੁੰਦੀ ਹੈ, ਉਵੇਂ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਸਾਖਸ਼ਾਤਕਾਰ ਦਰਸ਼ਨ ਕਰਦਾ ਹੈ, ਉਹਦੇ ਅੰਦਰੋਂ ਉਹ ਪ੍ਰਗਟ ਹੋ ਜਾਂਦਾ ਹੈ। ਸੋ ਇਤਨੀ ਇੱਕ ਬੇਨਤੀ ਪ੍ਰਵਾਨ ਕਰਨੀ, ਸਭਨਾਂ ਨੂੰ ਜਿਉ ਆਇਆ, ਸਭਨਾਂ ਦਾ ਧੰਨਵਾਦ। ਗੁਰੂ ਸਭ ਦਾ ਭਲਾ ਕਰੇ ਜੀ। ਦੋਨੋਂ ਹੱਥ ਜੋੜੀਏ, ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।